ਸਤਿ ਸ਼੍ਰੀ ਅਕਾਲ ਜੀ। ਦੇਸ਼ ਪ੍ਰਦੇਸ਼ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਨ ਤੇ ਗੱਲਬਾਤ ਸਟੂਡੈਂਟ ਵੀਜ਼ਾ ਤੇ ਕਰਨ ਲਈ, ਵਿਜ਼ਟਰ ਵੀਜ਼ਾ ਤੇ ਕਰਨ ਲਈ ਇਹ ਸ਼ੋਅ ਲੈ ਕੇ ਫਿਰ ਹਾਜ਼ਰ ਹਾਂ। ਕੰਟਰੀ ਕੈਨੇਡਾ ਬਾਰੇ, ਯੂਕੇ ਬਾਰੇ, USA ਬਾਰੇ ਗੱਲਬਾਤ ਹੋਏਗੀ। ਅਪਡੇਟ ਆਸਟ੍ਰੇਲੀਆ ਨੂੰ ਲੈ ਕੇ ਕੀ ਹੈ ਉਹ ਵੀ ਜ਼ਰੂਰ ਦੱਸਾਂਗੇ। ਤੁਸੀਂ ਆਪਣਾ ਸਵਾਲ ਸਿੱਧਾ ਸਾਨੂੰ ਪੁੱਛਣਾ ਚਾਹੁੰਦੇ ਹੋ, ਆਪਣਾ ਡਾਊਟ, ਆਪਣੇ ਕਨਫਿਊਜ਼ਨ ਸ਼ੇਅਰ ਕਰਨਾ ਚਾਹੁੰਦੇ ਹੋ, ਲਾਈਵ ਕਾਉਂਸਲਿੰਗ ਚਾਹੁੰਦੇ ਹੋ ਤਾਂ ਉਸ ਨੰਬਰ 'ਤੇ ਕਾਲ ਕੀਤਾ ਜਾ ਸਕਦਾ ਜਿਹੜਾ ਤੁਹਾਡੇ ਸਕਰੀਨ 'ਤੇ ਚੱਲ ਰਿਹਾ ਹੈ। ਤੁਹਾਡੇ ਹਰ ਸਵਾਲ ਦਾ ਜਵਾਬ ਦੇਣ ਲਈ ਕ੍ਰੀਏਟਿਵ ਫਿਊਚਰ ਤੋਂ ਗੁਰਪ੍ਰੀਤ ਜੀ ਮੇਰੇ ਨਾਲ ਮੌਜੂਦ ਰਹਿਣਗੇ। ਗੁਰਪ੍ਰੀਤ ਜੀ ਬਹੁਤ ਸਵਾਗਤ। ਥੈਂਕ ਯੂ। ਸੋ ਗੁਰਪ੍ਰੀਤ ਜੀ, ਕੀ ਪ੍ਰੈਜ਼ੈਂਟ ਸਿਨੈਰੀਓ, ਕੀ ਹਲਚਲ, ਕੀ ਮਾਹੌਲ ਹੁਣ ਦੇਖ ਰਹੇ ਹੋ? ਅਮਨ ਜੀ, ਸਟੂਡੈਂਟ ਬਾਹਰ ਨਿਕਲ ਆਇਆ ਹੈ ਕਿ ਜਿਹੜਾ ਸਟੂਡੈਂਟ ਜਨਵਰੀ ਦੇ ਇਨਟੇਕ ਨੂੰ ਬੜਾ ਪ੍ਰੈਫਰੈਂਸ ਦੇ ਰਿਹਾ। ਹੁਣ ਸਟੂਡੈਂਟ ਕੀ ਕਿਤੇ ਨਾ ਕਿਤੇ ਮੈਮ ਕਿਵੇਂ ਨਾ ਕਿਵੇਂ ਫਲਾਈਟਸ ਸ਼ੁਰੂ ਹੋਣ ਤੋਂ ਬਾਅਦ ਇੱਕਦਮ ਸਲੋਟ ਬਾਹਰ ਨਿਕਲਿਆ, ਜਿਹੜਾ ਕਿ ਸਾਨੂੰ ਉਮੀਦ ਵੀ ਨਹੀਂ ਸੀਗੀ ਕਿ ਇੰਨਾ ਬੰਦਾ ਜਿਹੜਾ ਬੈਠਾ ਹੋਇਆ ਹੈ ਕਿ ਫਲਾਈਟਸ ਦੀ ਵੇਟ ਕਰ ਰਿਹਾ ਤੇ ਸੀਟਸ ਬੁੱਕ ਕਰਵਾਈਆਂ ਨਹੀਂ। ਹੁਣ ਲਿਮਟਡ ਸੀਟਸ ਨੇ ਸਾਡੇ ਕੋਲ ਜਨਵਰੀ ਇਨਟੇਕ ਦੀਆਂ, ਬਹੁਤ ਜ਼ਿਆਦੀਆਂ ਸੀਟਸ ਨਹੀਂ ਬਚੀਆਂ ਤੇ ਸਟੂਡੈਂਟ ਕਹਿੰਦਾ ਹੁੱਕ ਐਂਡ ਕੁੱਕ ਕਿਵੇਂ ਨਾ ਕਿਵੇਂ, ਜਿਵੇਂ ਬਾਇਓਮੈਟ੍ਰਿਕ ਦੀ ਹੋੜ ਲੱਗੀ ਸੀ ਬੱਚੇ ਨੂੰ ਕਿ ਕਿਤੇ ਮੈਮ ਵੱਧ ਪੈਸੇ ਦੇ ਕੇ ਵੱਧ ਆਫਰ ਲੈਟਰ ਦੀ ਪੇਮੈਂਟ ਜਿਹੜੀ ਹੈ ਪੇ ਕਰਕੇ ਆਪਾਂ ਆਫਰ ਲੈਟਰ ਮੰਗਾ ਲਈਏ, ਕਿਸੇ ਤਰੀਕੇ ਨਾਲ ਆਪਾਂ ਜਨਵਰੀ ਇਨਟੇਕ ਅਪਲਾਈ ਕਰ ਲਈਏ। ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਵੱਲੋਂ ਵੀ ਉਹਨਾਂ ਦੀਆਂ ਜਿਹੜੀਆਂ ਰਿਕੁਆਇਰਮੈਂਟ ਆ ਫੁੱਲਫਿਲ ਕਰਨ ਦੀ, ਬਟ ਵੱਧ ਪੈਸੇ ਦੇ ਕੇ ਆਫਰ ਲੈਟਰ ਨਹੀਂ ਆਉਣੀ ਕਿਉਂਕਿ ਕਾਫੀ ਬੱਚਿਆਂ ਦੀਆਂ ਅੱਜ ਵੀ ਸਾਨੂੰ ਕਾਲਸ ਆਈਆਂ ਤੇ ਲਾਸਟ 2 ਵੀਕਸ ਤੋਂ ਸਾਨੂੰ ਕਾਫੀ ਕਾਲਸ ਆ ਰਹੀਆਂ ਕਿ ਬੱਚਿਆਂ ਨੂੰ ਇਹ ਲੋਕੇਸ਼ਨ ਮਿਲ ਜੇ ਕਾਲਜ ਦੀ, ਆਪਾਂ 1-2 ਲੱਖ ਜਿਹੜੀ ਆ ਫੀਸ ਵੱਧ ਪੇ ਕਰ ਦਿੰਦੇ ਆ। ਜਿਹੜਾ ਇਹ ਟਾਈਮ ਹੈ, ਇਸ ਟਾਈਮ ਜਿਹੜੀਆਂ ਸੀਟਸ ਜਿਹੜੇ ਕਾਲਜ ਦੀਆਂ ਫੁੱਲ ਹੋ ਚੁੱਕੀਆਂ, ਆਪਾਂ ਉੱਥੇ ਪੈਸੇ ਦੇ ਕੇ ਸੀਟ ਨਹੀਂ ਖਰੀਦ ਸਕਦੇ। ਮੈਂ ਅੱਗੇ ਵੀ ਸਟੂਡੈਂਟ ਨੂੰ ਇਹੀ ਕਹਾਂਗੀ ਕਿ ਕਿਸੇ ਨੂੰ ਵੱਧ ਪੈਸੇ ਨਾ ਦਿਓ ਕਿਉਂਕਿ ਜਿਹੜਾ ਜਿਹਦੇ ਕੋਲ ਸੀਟ ਅਵੇਲੇਬਲ ਆ, ਜਿਹੜੇ ਕਾਲਜ ਕੋਲ, ਜਿਹੜੇ ਇੰਸਟੀਟਿਊਟ ਕੋਲ, ਉਹਨੇ ਤੁਹਾਨੂੰ ਆਹੀ ਸੀਟ ਦੇ ਦੇਣੀ ਆ। ਔਰ ਨਹੀਂ ਤੇ ਆਪਣੀ ਮਈ ਦੀਆਂ ਬੁਕਿੰਗ ਹੁਣੇ ਸਟਾਰਟ ਕਰ ਲਓ, ਕੰਡੀਸ਼ਨਲ ਆਫਰ ਲੈਟਰ ਮੰਗਾ ਕੇ ਰੱਖ ਲਓ। ਇਹ ਨਾ ਹੋਵੇ ਕਿ ਆਪਾਂ ਜਨਵਰੀ ਦੀ ਹੋੜ ਦੇ ਵਿੱਚ ਲੱਗੇ ਕਿ ਜਨਵਰੀ ਇਨਟੇਕ ਹੁੱਕ ਐਂਡ ਕੁੱਕ ਮਿਲ ਜੇ ਤੇ ਮਈ ਇਨਟੇਕ ਆਪਣੇ ਹੱਥ ਦੇ ਵਿੱਚੋਂ ਅਸੀਂ ਕੱਢ ਲਈਏ। ਇਹ ਸਮਾਂ ਜਿਹੜਾ ਅੱਜ ਜਿੰਨਾ ਰਸ਼ ਪੈ ਗਿਆ ਅਮਨ ਜੀ, ਸਾਨੂੰ ਉਮੀਦ ਵੀ ਨਹੀਂ ਸੀਗੀ ਕਿ ਇੰਨਾ ਸਟੂਡੈਂਟ ਬੈਕਐਂਡ ਤੇ ਬੈਠਾ ਹੋਇਆ ਸਾਡਾ। ਹੈਲੋ ਮੇਰੇ ਖਿਆਲ ਟੀਵੀ ਦੀ ਆਵਾਜ਼ ਜ਼ਿਆਦਾ ਹੈ ਜੀ, ਸੋ ਬੇਨਤੀ ਹਰ ਵਾਰ ਦੀ ਤਰ੍ਹਾਂ ਜਿਹੜਾ ਵੀ ਸਵਾਲ ਪੁੱਛਣਾ ਚਾਹੁੰਦਾ ਹੈ ਆਪਣਾ ਸਵਾਲ ਪੁੱਛ ਲਓ, ਟੀਵੀ ਦੀ ਆਵਾਜ਼ ਹੌਲੀ ਕਰਕੇ, ਰੇਂਜ 'ਚ ਰਹਿ ਕੇ, ਕਿਉਂਕਿ ਸਮਾਂ ਇੱਕ ਲਿਮਿਟਡ ਹੈ ਸ਼ੋਅ ਦੇ ਵਿੱਚ, ਕਾਲਸ ਬਹੁਤ ਆਉਂਦੀਆਂ ਨੇ ਤੇ ਕੋਸ਼ਿਸ਼ ਹੁੰਦੀ ਹੈ ਜ਼ਿਆਦਾ ਤੋਂ ਜ਼ਿਆਦਾ ਤੁਹਾਨੂੰ ਜਿਹੜੇ ਤੁਹਾਡੇ ਡਾਊਟ ਨੇ ਉਹਨਾਂ ਦੇ ਜਵਾਬ ਦੇ ਦਿੱਤੇ ਜਾਣ। ਫਿਰ ਵੀ ਟੀਵੀ ਦੀ ਆਵਾਜ਼ ਹੌਲੀ ਕਰ ਲਿਆ ਕਰੋ ਤਾਂ ਕਿ ਇੱਕ ਸਹੀ ਜਿਹੜਾ ਰਾਬਤਾ ਉਹ ਸਾਡੇ ਨਾਲ ਜੁੜ ਸਕੇ ਤੇ ਇੱਕ ਸਹੀ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾ ਪਾਈਏ। ਸੋ ਗੱਲਬਾਤ ਕਰਨ ਦੇ ਲਈ 9559933377 ਦੇ ਉੱਤੇ ਕਾਲ ਕੀਤੀ ਜਾ ਸਕਦੀ ਹੈ। ਨੈਕਸਟ ਕਾਲ ਲੈਂਦੇ ਹਾਂ। ਹੈਲੋ ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਲਾਈਵ ਚੱਲ ਰਿਹਾ ਸਰ, ਸਵਾਲ ਪੁੱਛ ਸਕਦੇ ਹੋ। ਅੱਛਾ ਸਰ, ਮੈਂ ਨਾ ਆਸਟ੍ਰੇਲੀਆ ਦਾ ਵੀਜ਼ਾ ਲਿਆ ਹੋਇਆ ਜੀ ਮੇਰਾ, ਤੇ ਮੈਨੂੰ ਹੋ ਗਏ ਜੀ ਨੀਅਰ ਅਬਾਊਟ 8 months ਹੋ ਗਏ ਤੇ ਮੈਂ ਨਾ ਇੱਕ ਸਮੈਸਟਰ ਵੀ ਲਾਇਆ ਹੋਇਆ। ਮੈਂ ਸਰ ਇਹ ਕਨਫਰਮ ਕਰਨਾ ਸੀ ਜੀ, ਮੈਂ ਨਾਲ ਦੀ ਯੂਕੇ ਦਾ ਜਾਂ USA ਦਾ ਅਪਲਾਈ ਕਰ ਸਕਦਾ ਹਾਂ? ਕੀ ਕਹਿਣਾ ਜੀ ਪਰ ਜੇ ਆਸਟ੍ਰੇਲੀਆ ਪਰ ਅਜੇ ਜੇ ਆਸਟ੍ਰੇਲੀਆ ਓਪਨ ਹੋ ਗਿਆ ਤਾਂ ਆਸਟ੍ਰੇਲੀਆ ਨਹੀਂ ਜਾਣਾ? ਨਹੀਂ, ਮੈਂ ਇਹ ਪੁੱਛਿਆ ਸੀ ਸਰ ਵੀ ਨਾਲ ਦੀ ਨਾਲ ਸਾਨੂੰ ਯੂਕੇ ਜਾਂ USA ਦਾ ਵੀਜ਼ਾ ਮਿਲ ਸਕਦਾ ਜੀ? ਜੀ ਜ਼ਰੂਰ, ਮੈਂ ਤੁਹਾਡਾ ਸਵਾਲ ਮੈਮ ਨੇ ਸੁਣ ਲਿਆ ਜੀ। ਕੀ ਕਹਿਣਾ ਅਮਨ ਜੀ? ਦੇਖੋ, ਯੂਕੇ ਆਪਾਂ ਜਾਣਾ ਸਟੱਡੀ ਵੀਜ਼ਾ ਤੇ, ਪੇਸ਼ੈਂਸ ਛੱਡ ਗਿਆ, ਪੇਸ਼ੈਂਸ ਛੱਡ ਤੇ ਆਪਾਂ ਯੂਕੇ ਆਪਾਂ ਜਾਣਾ ਸਟੱਡੀ ਵੀਜ਼ਾ ਤੇ। ਆਸਟ੍ਰੇਲੀਆ ਆਪਣੀ ਆਲਰੇਡੀ ਸਟੱਡੀ ਚੱਲ ਰਹੀ ਆ। ਇੱਕ ਟਾਈਮ ਤੇ ਆਪਾਂ 2 ਜਗ੍ਹਾ ਤੇ ਕਾਲਜ ਜਾਂ ਯੂਨੀਵਰਸਿਟੀ 'ਚ ਇੱਥੇ ਐਡਮਿਸ਼ਨ ਇੰਡੀਆ 'ਚ ਹੀ ਆਪਾਂ ਗੱਲ ਕਰੀਏ ਲੈ ਕੇ ਆਪਾਂ ਪੜ੍ਹ ਸਕਦੇ ਹਾਂ। ਜੇ ਤਾਂ ਆਪਾਂ ਪੜ੍ਹ ਸਕਦੇ ਹਾਂ ਫਿਰ ਤਾਂ ਆਪਾਂ ਯੂਕੇ ਦਾ ਵੀ ਸੋਚ ਲਈਏ ਕਿਉਂਕਿ ਯੂਕੇ ਤੋਂ ਆਪਾਂ ਹਿਡਨ ਨਹੀਂ ਰੱਖਾਂਗੇ ਕਿ ਅਸੀਂ ਆਸਟ੍ਰੇਲੀਆ ਦਾ ਵੀਜ਼ਾ ਲਿਆ, ਇੱਕ ਸਮੈਸਟਰ ਵੀ ਲਾ ਲਿਆ, ਬਟ ਇਹਦੀ ਫੀਸ ਵੀ ਗਈ ਹੋਣੀ ਤੇ ਫੀਸ ਵੀ ਗਈ ਹੋਣੀ, ਆਪਾਂ ਡਬਲ ਫੀਸ ਵੀ ਆ। ਔਰ ਯੂਕੇ ਦੇ ਮਾਈਂਡ ਦੇ ਵਿੱਚ ਜੇ ਤਾਂ ਤੁਹਾਡੀ ਕੋਈ ਬਹੁਤ ਇੰਪੋਰਟੈਂਟ ਸਟੱਡੀ ਹੈ ਕਿ ਇਹ ਪੈਰਲਰ ਤੁਸੀਂ ਕਰਨੀ ਚਾਹੁੰਦੇ ਹੋ, ਆਸਟ੍ਰੇਲੀਆ ਦੀ ਅਸੀਂ ਕਲਾਸਿਸ ਲਾ ਰਹੇ ਹਾਂ, ਤੇ ਫਿਰ ਆਪਾਂ ਵੀਜ਼ਾ ਗ੍ਰਾਂਟ ਕਰਾ ਸਕਦੇ ਹਾਂ। ਉਹਦੇ ਲਈ IQ ਲੈਵਲ ਬੱਚੇ ਦਾ ਬਹੁਤ ਹਾਈ ਚਾਹੀਦਾ ਹੈ। ਇਸ IQ ਲੈਵਲ 'ਤੇ, ਜਿਸ ਲੈਵਲ 'ਤੇ ਬੱਚੇ ਤੂੰ ਆਪਣੇ ਪੇਸ਼ੈਂਸ ਛੱਡ ਰਿਹਾ, ਇਸ ਲੈਵਲ 'ਤੇ ਆਪਾਂ ਯੂਕੇ ਦਾ ਵੀਜ਼ਾ ਗ੍ਰਾਂਟ ਨਹੀਂ ਕਰਾ ਸਕਦੇ। ਪੇਸ਼ੈਂਸ ਰੱਖ, ਜਿਵੇਂ ਕੈਨੇਡਾ ਦੀਆਂ ਫਲਾਈਟਸ ਓਪਨ ਹੋ ਚੁੱਕੀਆਂ, ਆਸਟ੍ਰੇਲੀਆ ਦੀਆਂ ਵੀ ਹੋ ਜਾਣੀਆਂ, ਤੁਸੀਂ ਫਲਾਈ ਕਰ ਜਾਓਗੇ। ਸਵਾਲ ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਐਕਚੁਅਲੀ ਤੁਹਾਡਾ ਚੰਗੀ ਕਲਾਸ ਤੇ ਆ ਰਹੇ ਹੈ। ਹਾਂਜੀ ਹਾਂਜੀ, ਤੁਹਾਡੀ ਕੋਈ ਏਜ ਲਿਮਿਟੇਸ਼ਨ ਦੇ ਅਕੋਰਡਿੰਗ ਤੁਸੀਂ ਕਰਦੇ ਹੋ ਜਾਂ ਕੀ ਕਹਿ ਰਹੇ ਹੋ ਜੀ? ਮੈਂ ਕਹਿ ਰਹੀ ਕਿ ਏਜ ਲਿਮਿਟੇਸ਼ਨ ਦੇ ਸਿਰਫ ਬੱਚਿਆਂ ਦਾ ਕਰਦੇ ਹੋ ਸਟੱਡੀ
ਕੀਤਾ ਜਾਂ ਹੋਰ ਵੀ ਹੈਗਾ? ਨਹੀਂ ਤੁਸੀਂ ਕਿਹੜੇ ਵੀਜ਼ਾ ਬਾਰੇ ਪੁੱਛਣਾ ਚਾਹੁੰਦੇ ਹੋ? ਮੈਂ ਤੇ ਕੀ ਕਹਿੰਦੇ ਵਰਕ ਵੀਜ਼ਾ ਤੁਸੀਂ ਦਿਲਵਾ ਦਿਓ ਜਾਂ ਵੈਸੇ ਦਿਲਵਾ ਦਿਓ। ਮੇਰਾ ਬੇਟਾ ਔਰ ਬੇਟੀ ਦੋਨੋਂ ਆਸਟ੍ਰੇਲੀਆ ਗਏ ਆਲਰੇਡੀ। ਟੂਰਿਸਟ ਵੀਜ਼ਾ ਬਾਰੇ ਪੁੱਛਣਾ ਚਾਹੁੰਦੇ, ਵਿਜ਼ਿਟਰ ਬਾਰੇ? ਨਹੀਂ ਟੂਰਿਸਟ ਨਹੀਂ, ਮੈਂ ਆਪਣੇ ਲਈ ਕਰ ਰਿਹਾ। ਆਈ ਐਮ ਵਰਕਿੰਗ। ਨਹੀਂ ਤੁਸੀਂ ਆਪਣੇ ਬੇਟਾ ਬੇਟੀ ਕੋਲ ਜਾਣਾ ਚਾਹੁੰਦੇ ਹੋ? ਨਹੀਂ ਬੇਟਾ ਬੇਟੀ को नहीं जाना चाहती। मैं तो अपने लिए अप्लाई करना चाहती हूँ इंडिपेंडेंट पीआर ਦੇ ਤੌਰ ਤੇ। बिकॉज दोनों जो ਜਿਹੜੇ ਮੇਰੇ ਬੱਚੇ ਨੇ, ਇੱਕ ਤੇ ਹੁਣੇ ਇੰਡੀਆ ਤੋਂ ਸਟੱਡੀ ਕਰ ਰਹੀ ਹੈ ਬਟ ਆਸਟ੍ਰੇਲੀਆ ਦੀ ਯੂਨੀਵਰਸਿਟੀ ਤੋਂ ਕਰ ਰਹੀ ਹੈ, ਬੇਟਾ ਆਲਰੇਡੀ ਆਸਟ੍ਰੇਲੀਆ ਦੀ ਯੂਨੀਵਰਸਿਟੀ ਤੋਂ ਹੀ ਕਰ ਰਿਹਾ ਹੈ। ਓਕੇ, ਦੋਨੋਂ ਗ੍ਰੈਜੂਏਸ਼ਨ ਕਰ ਰਹੇ ਨੇ। ਤੁਸੀਂ ਪੀਆਰ ਬਾਰੇ ਜਾਨਣਾ ਚਾਹੁੰਦੇ ਹੋ? ਐਗਜ਼ੈਕਟਲੀ ਜੀ। ਸੋ ਕਿਹੜੇ ਸ਼ਹਿਰ ਤੋਂ ਬੋਲ ਰਹੇ ਹੋ ਮੈਮ? ਮੈਂ ਦਿੱਲੀ ਤੋਂ। ਪੀਆਰ ਬਾਰੇ ਮੈਮ ਸਵਾਲ ਕਰਨਾ ਚਾਹੁੰਦੇ ਨੇ ਜੀ। ਅੱਜ ਏਜ ਕੀ ਹੈ ਮੈਮ ਆਪਣਾ ਥੋੜਾ ਜਿਹਾ ਪ੍ਰੋਫਾਈਲ ਦੱਸ ਦਿਓ ਜੀ। ਕੀ ਤੁਹਾਡਾ ਵਰਕਿੰਗ ਹੈ, ਏਜ ਕੀ ਹੈ, ਐਜੂਕੇਸ਼ਨ ਕੀ ਹੈ? आई एम 43, ठीक है। ओके। एंड प्रोफेशन में स्कूल एडमिन डिपार्टमेंट में जॉब, ठीक है। आई टेक केयर ऑफ ऑल द एडमिशंस एंड ऑल, सारा चीज तुसी लगा दो, फीस का related to admissions, related to TCs and everything I take care of it. I'm working in DAV public school somewhere. ਆਈਲੈਟਸ ਕੀਤਾ ਹੋਇਆ ਤੁਸੀਂ? ਉਹ ਐਜੂਕੇਸ਼ਨ ठीक है। ਕੀ ਹੈ? और I education I've done my graduation, I've done my BA, मैं BA की कितनी हुई है, ठीक है। BA कितनी हुई जम्मू यूनिवर्सिटी तो, ग्रेजुएशन कितनी है दिल्ली यूनिवर्सिटी में। ओके। और मैं IELTS भी दिता थी एक्चुअली, एक कोविड की सिचुएशन में अप्लाई नहीं किया। मैं IELTS भी दिता थी, उनके एक्सपायरी हो गया, दोबारा देना पड़ेगा। उस टाइम 5.5 आया थी। 5.5 ਕਿਹੜੀ ਕੰਟਰੀ ਜਾਣ ਚ ਇੰਟਰਸਟਡ ਹੋ ਤੁਸੀਂ? मैं ऑस्ट्रेलिया एक्चुअली, पहले कनाडा थी, उनके दोनों बच्चे ही ऑस्ट्रेलिया स्टडी कर रहे थे, ऑस्ट्रेलिया। ਦੇਖਿਆ ਆਇਲਸ ਬੈਂਡ ਤੋਂ ਥੋੜਾ ਤੁਸੀਂ ਬਾਕੀ ਦੱਸ ਸਕਦੇ ਹੋ? ਦੇਖੋ ਅਮਨ ਜੀ, ਆਈਲੈਟਸ ਸਕੋਰ 777 ਚਾਹੀਦਾ ਜੇ ਆਪਾਂ ਆਸਟ੍ਰੇਲੀਆ ਅਪਲਾਈ ਕਰਨਾ ਹੈ। ਬਾਕੀ ਮੈਨੂੰ 43 ਈਅਰ ਏਜ ਵੀ ਹੈ। ਬਾਕੀ ਜੇ ਤੁਸੀਂ ਕਹੋ ਕਿ ਆਸਟ੍ਰੇਲੀਆ ਦੀ ਪੀਆਰ ਨੂੰ ਆਪਾਂ ਇੰਨਾ ਈਜ਼ੀਲੀ ਗ੍ਰਾਂਟ ਕਰਵਾ ਲਾਂਗੇ, ਇੰਨਾ ਈਜ਼ੀ ਨਹੀਂ ਹੈ। ਸਭ ਤੋਂ ਪਹਿਲਾਂ ਤੁਹਾਡੀਆਂ ਸਾਰੀਆਂ ਜਿੰਨੀਆਂ ਵੀ ਵਰਕਿੰਗ ਤੁਸੀਂ ਹੁਣ ਤੱਕ 43 ਈਅਰ ਤੱਕ ਜੋ ਕੰਮ ਕੀਤੇ ਉਹ ਦੇਖਣੇ ਪੈਣਗੇ। ਫਿਰ ਜੇ ਸਾਡੀ ਪੁਆਇੰਟ ਕੈਲਕੂਲੇਸ਼ਨ ਸਹੀ ਹੋਵੇ ਫਿਰ ਆਪਾਂ ਅਪਲਾਈ ਕਰ ਸਕਦੇ ਹਾਂ। ਉਸ ਤੋਂ ਬਾਅਦ ਵੀ ਸਾਨੂੰ ਵੇਟ ਕਰਨੀ ਪੈਂਦੀ ਹੈ, 6 ਮਹੀਨੇ ਤੋਂ ਸਾਲ ਲੱਗ ਜਾਂਦਾ ਸਾਨੂੰ ਕਿ ਇਸ ਪ੍ਰੋਸੈਸ ਨੂੰ ਜਿਹੜਾ ਕਿ ਸਾਨੂੰ ਕਨਫਰਮੇਸ਼ਨ ਆਉਂਦੇ ਆ। ਔਰ ਬਹੁਤ ਸਾਰੀਆਂ ਚੀਜ਼ਾਂ ਹੈ ਜਦੋਂ ਆਪਾਂ ਪੀਆਰ ਅਪਲਾਈ ਕਰਦੇ ਹਾਂ। ਜਿਵੇਂ ਤੁਸੀਂ ਆਸਟ੍ਰੇਲੀਆ ਦੀ ਪੀਆਰ ਲਈ ਇੰਨਾ ਈਜ਼ੀਲੀ ਕੁਐਸਚਨ ਪੁੱਟ ਅਪ ਕਰ ਰਹੇ ਹੋ, ਇੰਨਾ ਈਜ਼ੀ ਨਹੀਂ ਆ। ਸਭ ਤੋਂ ਪਹਿਲਾਂ ਜਿਹੜਾ ਆਈਲੈਟ ਸਕੋਰ ਹੀ ਤੁਹਾਡਾ 778 ਚਾਹੀਦਾ ਸਾਨੂੰ। ਉਹਦੇ ਬਿਹਾਫ 'ਤੇ ਸਾਨੂੰ ਦੇਖਣਾ ਪਏਗਾ ਕਿਹੜੇ ਪ੍ਰੋਵਿੰਸ ਦੇ ਵਿੱਚ ਤੁਹਾਡੇ ਬੱਚੇ ਪੜ੍ਹ ਰਹੇ ਨੇ, ਕਿਹੜੇ ਪ੍ਰੋਵਿੰਸ ਦੇ ਵਿੱਚ ਲਈ ਤੁਸੀਂ ਜਾਣ ਲਈ ਜਿਹੜੇ ਉਹ ਤੁਸੀਂ ਆਪਣੇ ਇੰਟਰਸਟ ਦਿਖਾ ਰਹੇ ਹੋ, ਉਹਦੇ ਬਿਹਾਫ 'ਤੇ ਤੁਹਾਨੂੰ ਅਸੀਂ ਅੱਗੇ ਗਾਈਡ ਕਰਾਂਗੇ। ਇਹ ਬਹੁਤ ਲੰਬੀ ਕਾਉਂਸਲਿੰਗ ਆ ਜਿਹੜੀ ਕਿ ਤੁਸੀਂ ਆਫਟਰ ਸ਼ੋ ਜਾਂ ਮੇਰੇ ਕੋਲ ਵਿਜ਼ਿਟ ਕਰ ਲਓ ਜਾਂ ਆਫਟਰ ਸ਼ੋ ਤੁਸੀਂ ਮੈਨੂੰ ਕਾਲ ਕਰਕੇ ਉਹਦੇ ਵਿੱਚ ਚੀਜ਼ਾਂ ਮੈਂ ਤੁਹਾਡੇ ਤੋਂ ਪੁੱਛੂੰਗੀ, ਉਹ ਮੈਨੂੰ ਕਲੀਅਰ ਹੋਣਗੀਆਂ ਪ੍ਰੋਪਰ ਤਰੀਕੇ ਨਾਲ ਕਿ ਪਹਿਲਾਂ ਤੁਸੀਂ ਆਪਣੀ ਸਟੱਡੀ ਤੋਂ ਬਾਅਦ ਕੀ ਲਿਆ ਸੀਗਾ, ਕੀ ਕਰਦੇ ਸੀਗੇ, ਤੁਹਾਡੀ ਐਕਸਪੀਰੀਅੰਸ ਕਿਸ ਲਾਈਨ ਦੇ ਵਿੱਚ ਕਿੰਨੇ, ਹਾਂ ਲੈ ਕੇ ਜਾਂ ਸਪਾਊਸ ਐਕਸਪੀਰੀਅੰਸ, ਹਾਂ ਸਪਾਊਸ ਦਾ ਐਕਸਪੀਰੀਅੰਸ, ਤੁਹਾਡੇ ਪੁਆਇੰਟ ਕੈਲਕੂਲੇਸ਼ਨ ਸਾਰਾ A to Z ਸਾਰੀਆਂ ਚੀਜ਼ਾਂ ਸਾਨੂੰ ਕੈਲਕੂਲੇਟ ਕਰਨ ਤੋਂ ਬਾਅਦ ਹੀ ਅਸੀਂ ਗਾਈਡ ਕਰ ਸਕਦੇ ਹਾਂ ਕਿ ਤੁਸੀਂ ਆਸਟ੍ਰੇਲੀਆ ਦੀ ਪੀਆਰ ਪਾ ਸਕਦੇ ਹੋ ਜਾਂ ਨਹੀਂ ਪਾ ਸਕਦੇ। ਪਰ ਆਈਲੈਟਸ ਜਿਹੜਾ 5.5 ਬਹੁਤ ਲੋ ਸਕੋਰ ਹੈ, ਇਹਦੇ ਤੇ ਆਪਾਂ ਆਸਟ੍ਰੇਲੀਆ ਦੀ ਪੀਆਰ ਨਹੀਂ ਅਪਲਾਈ ਕਰ ਸਕਦੇ। ਸੋ ਕੋਈ ਮਨ ਦੇ ਸਵਾਲ ਹੈ ਜੀ, ਤੁਸੀਂ ਵੀ ਸਾਂਝਾ ਕਰ ਸਕਦੇ ਹੋ 9555 93377 ਦੇ ਉੱਤੇ ਕਾਲ ਕਰਕੇ ਡਾਇਰੈਕਟਲੀ ਇਹ ਸ਼ੋਅ ਦੇ ਵਿੱਚ ਗੱਲਬਾਤ ਕਰਨ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਇਸੇ ਨੰਬਰ ਦੇ ਥਰੂ। ਸੋ ਗੱਲਬਾਤ ਮੈਂ ਥੋੜੀ ਜਿਹੀ ਵਿਜ਼ਿਟਰ ਬਾਰੇ ਵੀ ਕਰ ਲੈਣਾ ਚਾਹੁੰਦਾ, ਜਿਹੜੇ ਆਪਣੀ ਫੈਮਿਲੀ ਨੂੰ ਮਿਲਣ ਜਾਣਾ ਚਾਹੁੰਦੇ ਨੇ, ਡਿਊ ਟੂ ਕੋਵਿਡ ਨਹੀਂ ਵਿਜ਼ਿਟ ਕਰ ਪਾਏ ਕੈਨੇਡਾ ਜੀ। ਕੀ ਪ੍ਰੋਸੈਸ ਹੈ? ਵੀਜ਼ਾ ਨੂੰ ਲੈ ਕੇ ਅਪਲਾਈ ਹੋ ਰਹੇ ਨੇ, ਵੀਜ਼ਾ ਆਉਣਗੇ? ਬਿਲਕੁਲ ਅਮਨ ਜੀ, ਵੀਜ਼ਾ ਸਪਲਾਈ ਹੋ ਰਹੇ ਨੇ। ਜਿਨ੍ਹਾਂ ਦਾ ਕੋਈ ਬੱਚਾ ਗਿਆ ਹੋਇਆ ਹੈ ਜਾਂ ਕਿਸੇ ਦਾ ਸਪਾਊਸ ਗਿਆ ਹੋਇਆ ਹੈ ਜਾਂ ਕਿਸੇ ਕੋਲ ਵੀਜ਼ਾ ਗ੍ਰਾਂਟ ਹੋਇਆ ਸੀਗਾ, ਉਹ ਟਰੈਵਲ ਨਹੀਂ ਕਰ ਸਕਿਆ, ਇਸ ਟਾਈਮ ਉਹ ਟਰੈਵਲ ਵੀ ਕਰ ਸਕਦਾ ਹੈ। ਇਸ ਟਾਈਮ ਵੀਜ਼ਾਸ ਜਿਹੜੇ ਆ ਇਹ ਗ੍ਰਾਂਟ ਹੋ ਰਹੇ ਨੇ। ਤੁਸੀਂ ਵਿਜ਼ਟਰ ਵੀਜ਼ਾਸ ਆਪਣੇ ਗ੍ਰਾਂਟ ਕਰਾ ਸਕਦੇ ਹੋ। ਸਿਰਫ ਤੁਹਾਡਾ ਬਲੱਡ ਰਿਲੇਸ਼ਨ 'ਚ ਉੱਥੇ ਹੋਣਾ ਚਾਹੀਦਾ ਹੈ ਜਿਹਦੇ ਕੋਲ ਤੁਸੀਂ ਜਾਣਾ ਹੈ, ਅਤੇ ਇੱਕ ਜੈਨੂਅਨ ਰੀਜ਼ਨ ਹੋਣਾ ਚਾਹੀਦਾ ਹੈ ਤੁਸੀਂ ਕੀ ਕਰਨ ਚੱਲੇ ਹੋ, ਅਤੇ ਉਸ ਰੀਜ਼ਨ ਦੇ ਬਿਹਾਫ 'ਤੇ ਆਪਾਂ ਵਿਜ਼ਟਰ ਵੀਜ਼ਾਸ ਵੀ ਅਪਲਾਈ ਕਰ ਸਕਦੇ ਹਾਂ। ਸਾਰਾ ਕੁਛ ਬੈਕ ਟੂ ਨੋਰਮਲ ਹੋ ਚੁੱਕਿਆ ਹੈ। ਕੈਨੇਡਾ ਕੰਟਰੀ ਦੀ ਆਪਾਂ ਗੱਲ ਕਰੀਏ ਔਰ ਜਿਹੜੇ
ਸਾਡੇ ਜਨਵਰੀ ਇਨਟੇਕ ਵਾਲੇ ਸਟੂਡੈਂਟ ਵੀਜ਼ਾਸ ਗ੍ਰਾਂਟ ਇਸ ਟਾਈਮ ਕਰਵਾ ਰਹੇ ਨੇ ਉਹ ਨਾਲ ਦੀ ਨਾਲ ਆਪਣੀ ਕੋਵਿਡ ਦੀ ਜਿਹੜੀ ਵੈਕਸੀਨ ਹੈ ਦੋਨੋਂ ਡੋਜ਼ ਆਪਣੀਆਂ ਕਰਵਾ ਲੈਣ ਨੇ, ਕਿਉਂਕਿ ਸਾਨੂੰ ਡੇਲੀ ਕਾਲਸ ਆਉਂਦੀਆਂ ਕਿਹੜੀ ਵੈਕਸੀਨ ਲਗਵਾਉਣੀ ਚਾਹੀਦੀ ਹੈ, ਕੋਵਾਸ਼ੀਲਡ ਸਾਨੂੰ ਵੈਕਸੀਨੇਸ਼ਨ ਲਗਵਾਉਣੀ ਚਾਹੀਦੀ ਆ। ਔਰ ਬਾਇਓਮੈਟ੍ਰਿਕ ਦੀ ਡੇਟ ਨੂੰ ਲੈ ਕੇ ਅਮਨ ਜੀ ਬੜੇ ਕੁਐਸਚਨ ਪੁੱਟ ਅਪ ਹੁੰਦੇ ਆ ਸਾਨੂੰ, ਉਹ ਵੀ ਮੈਂ ਕਲੀਅਰ ਕਰਨਾ ਚਾਹੁੰਦੀ ਹਾਂ। ਬਾਇਓਮੈਟ੍ਰਿਕ ਦੀ ਡੇਟ ਕੋਈ ਵੀ ਲੈ ਦੇ ਕੇ ਪੈਸਾ ਬੁੱਕ ਨਹੀਂ ਹੁੰਦੀ, ਨਾ ਤੁਸੀਂ ਇਸ ਝੰਜਟ 'ਚ ਫਸਣਾ। ਜਿਹੜੀ ਤੁਹਾਨੂੰ ਡੇਟ ਮਿਲ ਰਹੀ ਹੈ ਤੁਸੀਂ ਉਹੀ ਬੁੱਕ ਕਰੋ, ਕਿਉਂਕਿ ਤੁਸੀਂ ਹੋਰ ਦੇ ਚੱਕਰ 'ਚ ਪੈ ਕੇ ਕਿ ਸਾਨੂੰ ਕੋਈ ਪੈਸੇ ਦੇ ਕੇ ਜਲਦੀ ਦੀ ਡੇਟ ਦਵਾ ਦੇ ਤੇ ਆਪਦੀ ਜਿਹੜੀ ਐਕਚੁਅਲ ਡੇਟ ਮਿਲ ਰਹੀ ਹੁੰਦੀ ਆ ਉਹ ਵੀ ਅਸੀਂ ਸਕਿਪ ਕਰ ਜਾਂਦੇ ਹਾਂ। ਨੈਕਸਟ ਸਵਾਲ। ਹੈਲੋ ਹੈਲੋ ਸਰ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਅਸੀਂ ਪੁੱਛਣਾ ਹੈ ਸਪੋਰਟ ਵੀਜ਼ੇ ਬਾਰੇ ਕੈਨੇਡਾ ਦੇ ਜੀ। ਸਰ ਸਾਡੀ ਜਾਂ ਫਾਈਲ ਲੱਗੀ ਨੂੰ ਸਾਲ ਹੀ ਹੋ ਚੱਲਿਆ, ਵੀਜ਼ਾ ਨਹੀਂ ਆ ਰਿਹਾ। ਓਕੇ ਜੀ, ਪਿੱਛੇ ਸਟਕ ਜ਼ਰੂਰ ਹੋ ਗਏ ਸੀ ਜੀ, ਬਾਕੀ ਮੈਮ ਦੱਸਣਗੇ। ਬਿਲਕੁਲ। ਹੁਣ ਅਮਨ ਜੀ ਮੈਂ ਇਸ ਕਾਲ ਤੋਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਸਾਰਾ ਕੁਝ ਬੈਕ ਟੂ ਨਾਰਮਲ ਹੋਣ ਜਾ ਰਿਹਾ ਹੈ। ਜਿਵੇਂ ਫਲਾਈਟਸ ਓਪਨ ਹੋ ਗਈਆਂ, ਸਾਰਾ ਕੁਝ ਜਿਹੜੇ ਰਿਜ਼ਲਟਸ ਰੁਕੇ ਸੀ ਵੀਜ਼ਾ ਅਫਸਰ ਹੁਣ ਨਾਲ ਦੀ ਨਾਲ ਜਿਹੜੇ ਵੀਜ਼ਾਸ ਹੈ ਉਹ ਗ੍ਰਾਂਟ ਹੋ ਰਹੇ ਨੇ। ਬਾਕੀ ਤੁਹਾਡੀ ਜਿਹੜੀ ਵੀ ਈਮੇਲ ਆਈਡੀ ਹੈ ਦਿੱਤੀ ਹੁੰਦੀ ਹੈ, ਤੁਹਾਡਾ ਜੋ GCK ਹੁੰਦਾ ਹੈ, ਇੱਕ ਵਾਰ ਆਪਣੇ ਕੰਸਲਟੈਂਟ ਨਾਲ ਜਿੱਥੇ ਵੀ ਤੁਸੀਂ ਫਾਈਲ ਪੁੱਟ ਡਾਊਨ ਕੀਤੀ ਹੈ ਰਾਬਤਾ ਜ਼ਰੂਰ ਕਾਇਮ ਕਰੋ। ਕਈ ਵਾਰ ਕੋਈ ਮੇਲ ਆਈ ਹੁੰਦੀ ਹੈ, ਕੋਈ ਡਾਕੂਮੈਂਟ ਮੰਗਿਆ ਜਾਂਦਾ ਹੈ, ਉਹ ਪ੍ਰੋਪਰਲੀ ਤੁਸੀਂ ਸਬਮਿਟ ਕਰਵਾ ਸਕੋ ਤਾਂ ਕਿ ਤੁਹਾਡਾ ਰਿਜ਼ਲਟ ਜਿਹੜਾ ਟਾਈਮ ਦਿੰਦਿਆਂ ਆ ਜਾਏ ਜੀ। ਨੈਕਸਟ ਸਵਾਲ ਹੈ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਆਪਣੇ ਬੇਟੇ ਬਾਰੇ ਜਾਣਨਾ ਚਾਹੁੰਦਾ ਜੀ। ਤੇ ਬੇਟੇ ਨੇ ਨਾ ਕੈਨੇਡਾ ਦੀ ਫਾਈਲ ਲਾਈ ਸੀ ਕਿ 8-9 ਮਹੀਨੇ ਪੜ੍ਹਾਈ ਉਹਦੀ ਹੋਈ ਆ ਆਨਲਾਈਨ ALPIC ਦੀ। ਹਾਂਜੀ, ਤੇ ਉਹਦੀ ਵਿਜ਼ਨ ਆ ਗਈ, ਉਸ ਤੋਂ ਬਾਅਦ 1 ਮਹੀਨਾ ਹੋ ਗਿਆ ਰੀਅਪਲਾਈ ਕੀਤਾ ਤੇ ਉਹਦਾ ਕਦੋਂ ਤੱਕ ਉਹਦਾ ਰਿਪਲਾਈ ਆ ਸਕਦਾ? ਸਰ ਰਿਫਿਊਜ਼ਲ ਤੋਂ ਬਾਅਦ ਜਦੋਂ ਰੀਅਪਲਾਈ ਕੀਤਾ ਕਿਹੜੇ ਕਾਲਜ 'ਚ ਕੀਤਾ? ਉਸੇ CDI ਦੇ ਵਿੱਚ। ਹਾਂਜੀ, ਉਸੇ CDI ਵਿੱਚ ਰਿਫਿਊਜ਼ਲ ਆਈ, ਉਸੇ ਵਿੱਚ ਕੀਤਾ। ਕਿਹੜਾ ਕਾਲਜ ਹੈ ਜੀ, ਨਾਮ ਕੀ ਹੈ? CDI ਕਾਲਜ ਕੈਨੇਡਾ ਦੇ। CDI ਕਾਲਜ। ਕੋਰਸ ਕਿਹੜਾ ਜੀ? ਕੋਰਸ ਬਿਜ਼ਨਸ ਦਾ। ਬਿਜ਼ਨਸ। ਤੇ ਬੱਚੇ ਦੀ ਪ੍ਰੋਫਾਈਲ ਕੀ ਸੀ, ਕੀ ਬੱਚੇ ਨੇ ਕੀਤਾ ਕੀ ਹੋਇਆ? +2 ਹੈ। +2 ਇੱਕ ਮੋਡਿਊਲ ਦੇ ਵਿੱਚ 5.5 ਆ ਤੇ ਓਵਰਆਲ 6 ਹੈ। ਰਿਫਿਊਜ਼ਲ ਦਾ ਰੀਜ਼ਨ ਕੀ ਸੀ? ਰਿਫਿਊਜ਼ਲ ਦਾ ਰੀਜ਼ਨ ਕੀ ਸੀਗਾ? ਉਹ ਲੋ ਲੈਂਗੁਏਜ। ਤੁਸੀਂ ਲੋ ਲੈਂਗੁਏਜ ਫਿਰ ਸੇਮ ਆਇਲਸ ਬੈਂਡ ਨਾਲ ਹੀ ਲਾਤੇ ਜੀ? ਹਾਂਜੀ, ਸੇਮ ਉਦਾਂ ਹੀ ਸੇਮ ਪ੍ਰੋਫਾਈਲ ਦੁਆਰਾ ਰੀਅਪਲਾਈ ਕਰਤੀ? ਹਾਂਜੀ ਹਾਂ, ਉਹ ਨਾ ਕੋਰਸ ਦੇ ਵਿੱਚ ਨੰਬਰ ਬਹੁਤ ਵਧੀਆ ਆਏ, ਜਿਹੜੇ ਕੋਰਸ ਦੇ ਹੋਏ ਕੰਪਿਊਟਰ ਸਾਰੇ ਨਾਲ ਲਾਏ ਆ, ਉਹ ਰਿਪਲਾਈ ਕਰ ਦਿੱਤਾ ਦੁਬਾਰਾ। ਸੇਮ ਕਾਲਜ ਸੇਮ ਮੌਂਟਰੀਅਲ ਦੇ ਵਿੱਚ ਦੁਬਾਰਾ ਉਸੇ ਕਾਲਜ ਅਪਲਾਈ ਕਰਤਾ ਤੇ ਲੋ ਲੈਂਗੁਏਜ ਕੋਰਸ ਉਹਦੇ ਕਰਕੇ ਰਿਜੈਕਸ਼ਨ ਸੀ, ਬਟ ਉਹਦੇ 'ਚ ਕੋਈ ਸੁਧਾਰ ਨਹੀਂ ਕਰਕੇ ਲਾਇਆ ਗਿਆ। ਹਾਂ, ਫਿਰ ਅਮਨ ਜੀ ਜਿਹੜਾ ਰਿਜ਼ਲਟ ਆ ਦੁਬਾਰਾ ਮੈਨੂੰ ਨਹੀਂ ਲੱਗਦਾ ਪੋਜ਼ਿਟਿਵ ਆਊਗਾ, ਕਿਉਂਕਿ ਜੋ ਉਹਨਾਂ ਦੀ ਇੱਕ ਵੀਜ਼ਾ ਅਫਸਰ ਵੱਲੋਂ ਜੋ ਕਮੀ ਕੱਢੀ ਗਈ ਆ, ਜਦੋਂ ਅਸੀਂ ਰੀਅਪਲਾਈ ਕਰਦੇ ਹਾਂ, ਰੀਅਪਲਾਈ ਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਉਸੇ ਆਈਲੈਟ ਸਕੋਰ ਤੇ ਜੋ ਕਮੀ ਕੱਢੀ ਗਈ ਆ, ਜੋ ਵੀਜ਼ਾ ਅਫਸਰ ਵੱਲੋਂ ਤੁਹਾਡੇ ਪ੍ਰੋਫਾਈਲ ਦੇ ਵਿੱਚ ਕਮੀ ਕੱਢ ਕੇ ਤੁਹਾਨੂੰ ਰਿਫਿਊਜ਼ ਕੀਤਾ ਗਿਆ, ਜੇ ਤੁਸੀਂ ਉਵੇਂ ਹੀ ਰੀਅਪਲਾਈ ਕਰ ਦੋਗੇ ਉਹਦੇ ਤੇ ਤੁਹਾਨੂੰ ਵੀਜ਼ਾ ਗ੍ਰਾਂਟ ਨਹੀਂ ਹੋਣਾ। ਜਿਵੇਂ ਲੋ ਆਈਲੈਟਸ ਸਕੋਰ ਬੱਚੇ ਦਾ ਆਇਆ ਸੀਗਾ, ਤੁਹਾਡਾ ਕੀ ਫਰਜ਼ ਬਣਦਾ ਸੀ ਆਈਲੈਟਸ ਨੂੰ ਇੰਪਰੂਵ ਕਰਨ ਤੋਂ ਬਾਅਦ ਰੀਅਪਲਾਈ ਕਰਦੇ ਤੇ ਵੀਜ਼ਾਸ ਦੇ ਚਾਂਸਿਸ ਸੀਗੇ। ਹੁਣ ਵੀਜ਼ਾ ਚਾਂਸਿਸ ਬਹੁਤ ਲੋ ਨੇ, ਔਰ ਇਹਦੇ ਵਿੱਚ ਤੁਸੀਂ ਆਪਣੀ ਜਿੱਥੇ ਵੀ ਕਾਲਜ ਨੂੰ ਫੀਸ ਭਰੀ ਆ ਜਾਂ ਤੁਸੀਂ ਕਲਾਸਿਸ ਲਗਾ ਰਹੇ ਹੋ, ਆਪਣੇ ਕੰਸਲਟੈਂਟ ਨਾਲ ਇੱਕ ਵਾਰ ਰਾਬਤਾ ਜ਼ਰੂਰ ਕਾਇਮ ਕਰੋ। ਤੁਹਾਡਾ ਪੈਸਾ ਨਾ ਖਰਾਬ ਹੋਵੇ, ਇਹ ਨਾ ਹੋਵੇ ਕਿ ਤੁਸੀਂ ਆਪਣੇ ਸਮੈਸਟਰ ਕੰਪਲੀਟ ਕਰ ਲਓ, ਇੱਧਰ ਐਮਬੈਸੀ ਤੁਹਾਡਾ ਰਿਜ਼ਲਟ ਉਹਨੇ ਤੁਹਾਨੂੰ ਇੱਕ ਵਾਰ ਰਿਜ਼ਲਟ ਵੀਜ਼ਾ ਅਫਸਰ ਨੇ ਦੇ ਦਿੱਤਾ, ਲੋ ਲੈਂਗੁਏਜ ਕਰਕੇ ਤੁਹਾਡਾ ਰਿਜੈਕਟ ਕਰ ਦਿੱਤਾ, ਹੁਣ ਵੀਜ਼ਾ ਅਫਸਰ ਪੈਂਡੈਂਸੀ 'ਚ ਵੀ ਪਾ ਸਕਦਾ। ਇਹ ਨਾ ਹੋਵੇ ਕਿ ਤੁਸੀਂ ਇੱਥੋਂ ਟਿਊਸ਼ਨ ਫੀਸਿਸ ਭਰੀ ਜਾਓ, ਤੁਹਾਡਾ ਲਾਸ ਹੋਈ ਜਾਵੇ। ਇੱਕ ਵਾਰ ਰੀਚੈੱਕ ਕਰ ਲਓ ਚੀਜ਼ਾਂ ਨੂੰ, ਨਹੀਂ ਤੇ ਇੱਕ ਤੁਹਾਡੇ ਕੋਲ ਹੱਲ ਹੈਗਾ, ਤੁਸੀਂ ਆਫਟਰ ਸ਼ੋ ਮੈਨੂੰ ਕਾਲ ਕਰ ਸਕਦੇ ਹੋ। ਫਾਈਲ ਨੂੰ ਵਿਡਰੋ ਪਾ ਕੇ ਆਪਾਂ ਆਈਲੈਟਸ ਇੰਪਰੂਵ ਕਰਕੇ ਕਿਵੇਂ ਅੱਗੇ ਅਪਲਾਈ ਕਰ ਸਕਦੇ ਹਾਂ, ਉਹਦਾ ਸੋਲੂਸ਼ਨ ਮੈਂ ਤੁਹਾਨੂੰ ਦੇ ਸਕਦੀ ਹਾਂ। ਨੈਕਸਟ ਸਵਾਲ ਲੈਣੇ ਜੀ। ਹੈਲੋ ਹੈਲੋ हेलो, ਸਤਿ ਸ਼੍ਰੀ ਅਕਾਲ ਜੀ। सत श्री अकाल जी। जी आप ये कर रहे हैं देश प्रदेश उससे बोल रहे हैं? ਹਾਂਜੀ ਹਾਂਜੀ, ਦੇਸ਼ ਪ੍ਰਦੇਸ਼ ਤੋਂ ਗੱਲ ਕਰ ਰਹੇ ਹਾਂ, ਤੁਸੀਂ ਸਵਾਲ ਪੁੱਛ ਸਕਦੇ ਹੋ ਜੀ। हाँ जी, वो गुरप्रीत मैडम से पूछना था बेटी की ना वो आया भाई आई है। अच्छा जी। हाँ जी, ये 6 बैंड है इसके, ओके 75% है और सेंट्रल अल्फा कॉलेज और फ्यूजन आई वजह से ही और तुसी वापस नहीं आओगे मुड़ के। ओके, स्टडी की ਕੀਤੀ ਹੈ ਜੀ? +2 ਕੀਤੀ ਬੱਚੇ ਨੇ?
ਹਾਂਜੀ +2 ਕੀਤੀ ਬੱਚੇ ਨੇ? ਹਾਂਜੀ +2 ਕਰਕੇ ਟੂਰਿਜ਼ਮ ਕੋਰਸ ਹੈ ਜੀ, ਆਰਟਸ ਦੇ ਨਾਲ। ਆਰਟਸ ਨਾਲ ਕਿਹੜੇ ਸਾਲ 'ਚ ਕੀਤੀ ਸੀ? ਯਾਨੀ 2020 ਚ ਜੀ। ਕਿਹੜੇ ਕਾਲਜ 'ਚ ਲਾਇਆ ਸੀ? ਸੈਂਟਰਲ ਸਲਫਾ, ਕਿਹੜੇ ਸ਼ਹਿਰ 'ਚ? ਇਹ ਟ੍ਰਾਂਸਪੋਰਟ ਚ। ਜੀ ਸੋ ਕੀ ਕਹਿਣਾ ਮੈਮ, ਇਹਨਾਂ ਦੇ 6 ਈਚ ਬੈਂਡ ਨੇ ਜੀ, +2 75% ਦੇ ਨਾਲ। ਬਹੁਤ ਅੱਛਾ ਪ੍ਰੋਫਾਈਲ ਹੈ ਅਮਨ ਜੀ। ਰਿਫਿਊਜ਼ਲ ਆਣੀ ਨਹੀਂ ਚਾਹੀਦੀ ਬੱਚੇ ਦੀ। ਰਿਫਿਊਜ਼ਲ ਦਾ ਰੀਜ਼ਨ ਵੀ ਦੇਖੋ, ਵੀਜ਼ਾ ਅਫਸਰ ਨੇ ਇਹ ਦਿੱਤਾ ਹੈ ਕਿ ਤੁਸੀਂ ਵਾਪਸ ਨਾ ਆਉਣਾ। ਕਿਤੇ ਨਾ ਕਿਤੇ SOP ਜਾਂ ਤੁਹਾਡੀ ਜਿਹੜੀ ਫੰਡਿੰਗ ਨੂੰ ਲੈ ਕੇ ਤੁਸੀਂ ਕੋਈ ਨਾ ਕੋਈ ਇਹੋ ਜਿਹੀ ਮਿਸਟੇਕ ਕਰ ਬੈਠੇ ਹੋ, ਜਿਹੜੀ ਆਪਾਂ ਨੂੰ ਸੁਧਾਰ ਕੇ ਰੀਅਪਲਾਈ ਕਰਕੇ ਆਪਾਂ ਵੀਜ਼ਾ ਗ੍ਰਾਂਟ ਕਰਾ ਸਕਦੇ ਹਾਂ। ਤੁਸੀਂ ਜਾਂ ਤਾਂ ਆਫਟਰ ਸ਼ੋਅ ਕਾਲਿੰਗ 'ਤੇ, ਜਾਂ ਤੁਸੀਂ ਮੈਨੂੰ ਡਾਕੂਮੈਂਟਸ ਭੇਜ ਦਿਓ। ਤੁਹਾਡੇ ਡਾਕੂਮੈਂਟਸ ਰੀਚੈੱਕ ਕਰਨ ਤੋਂ ਬਾਅਦ ਮੈਂ ਤੁਹਾਨੂੰ ਦੱਸ ਸਕਦੀ ਹਾਂ ਕਿ ਆਪਾਂ ਕੀ ਗਲਤੀ ਕੀਤੀ ਹੈ, ਕਿ ਵੀਜ਼ਾ ਅਫਸਰ ਨੇ ਸਾਨੂੰ ਰਿਜੈਕਟ ਕੀਤਾ ਹੈ, ਕਿਹੜੀ ਚੀਜ਼ ਨੂੰ ਅਸੀਂ ਸੁਧਾਰ ਕੇ ਰੀਅਪਲਾਈ ਕਰਕੇ ਵੀਜ਼ਾ ਗ੍ਰਾਂਟ ਕਰਾ ਸਕਦੇ ਹਾਂ। ਔਰ ਬਹੁਤ ਅੱਛਾ ਪ੍ਰੋਫਾਈਲ ਹੈ। ਇਸ ਪ੍ਰੋਫਾਈਲ ਤੇ ਈਜ਼ੀਲੀ ਆਪਾਂ ਵੀਜ਼ਾ, ਬਿਲਕੁਲ SDS ਪ੍ਰੋਫਾਈਲ ਹੈ। ਬਟ ਅਮਨ ਜੀ ਜਿਹੜਾ ਬੱਚਾ ਦੁਬਾਰਾ, ਮੈਨੂੰ ਲੱਗਦਾ ਰਿਪਰੈਜ਼ੈਂਟੇਸ਼ਨ ਦੇ ਵਿੱਚ ਕਿਤੇ ਨਾ ਕਿਤੇ ਅਮਨ ਜੀ ਕੋਈ ਨਾ ਕੋਈ ਕਮੀ ਹੈ, ਕਿਉਂਕਿ ਵੀਜ਼ਾ ਅਫਸਰ ਨੇ ਹਵਾ ਦੇ ਵਿੱਚ ਰਿਫਿਊਜ਼ਲ ਨਹੀਂ ਦਿੱਤੀ ਕਿ ਤੁਸੀਂ ਵਾਪਸ ਨਹੀਂ ਆਉਣਾ। ਜਾਂ ਤਾਂ ਤੁਹਾਡੀ ਕੋਈ ਫੰਡਿੰਗ ਨੂੰ ਲੈ ਕੇ, ਜਿਵੇਂ 6 ਮੰਥ ਦੀ ਆਪਾਂ ਬੈਂਕਿੰਗ ਦਿੰਦੇ ਹਾਂ, ਉਹਦੇ ਵਿੱਚ ਤੁਹਾਡੀ ਕੋਈ ਕਮੀ ਪੇਸ਼ੀ ਰਹੀ ਹੈ। SOP ਪ੍ਰੋਪਰ ਤਰੀਕੇ ਨਾਲ ਨਹੀਂ ਬਣੀ, ਵੀਜ਼ਾ ਅਫਸਰ ਨੂੰ ਤੁਹਾਡੀਆਂ ਅਟੈਂਸ਼ਨਸ ਕਲੀਅਰ ਨਹੀਂ ਹੋਈਆਂ, ਤੁਹਾਨੂੰ ਉਹਨੇ ਇਹ ਰੀਜ਼ਨ ਦੇ ਦਿੱਤਾ। ਸਾਰੀ ਪ੍ਰੋਫਾਈਲ ਜਾਣਨ ਤੋਂ ਬਾਅਦ ਹੀ ਮੈਂ ਤੁਹਾਨੂੰ ਅੱਗੇ ਗਾਈਡ ਕਰ ਸਕਦੀ ਹਾਂ ਕਿ ਆਪਾਂ ਕਿਵੇਂ ਵੀਜ਼ਾ ਗ੍ਰਾਂਟ ਕਰਾ ਸਕਦੇ ਹਾਂ। ਬਟ ਇਸ ਪ੍ਰੋਫਾਈਲ ਨੂੰ ਅਸੀਂ ਆਰਾਮ ਨਾਲ ਅਸੀਂ ਵੀਜ਼ਾ ਲੈ ਸਕਦੇ ਹਾਂ। ਕੀ ਕਮੀਆਂ ਪੇਸ਼ੀਆਂ ਉਹ ਪੂਰੀਆਂ ਕਰਕੇ ਵੀਜ਼ਾ ਅਫਸਰ ਨੂੰ ਸੈਟੀਸਫਾਈ ਕਰਾ ਕੇ। ਜੀ ਨੈਕਸਟ ਵਾਲਾ। ਹੈਲੋ, ਆਈ ਥਿੰਕ ਫੋਨ ਕੱਟ ਗਿਆ ਜੀ। ਮੈਂ ਚਾਹੂੰਗਾ ਟੈਕਨੀਕਲ ਟੀਮ ਦੁਆਰਾ ਇੱਕ ਵਾਰੀ ਜਦੋਂ ਜੁੜਦਾ ਹੈ ਕਾਲਰ ਨੂੰ ਜ਼ਰੂਰ ਨਾਲ ਜੋੜੇ। ਤੇ ਥੋੜ੍ਹਾ ਜਿਹਾ ਸਮਾਂ ਬਚਿਆ, ਜਿਹੜੇ ਕਾਲ ਕਰਨਾ ਚਾਹੁੰਦੇ ਨੇ ਜੀ ਆਪਣੇ ਫਟਾਫਟ ਨੰਬਰ ਮਿਲਾ ਲਓ। ਜਿਹੜੇ ਲੱਕੀ ਹੋਏ ਜ਼ਰੂਰ ਇਹਦੇ ਵਿੱਚ ਕਾਲ ਲਵਾਂਗੇ, ਬਟ ਜਿਹੜੇ ਨਹੀਂ ਲੈ ਪਾਏ ਉਹ ਅਨਲੱਕੀ ਨਹੀਂ ਨੇ। ਸ਼ੋਅ ਤੋਂ ਬਾਅਦ ਇਹਨਾਂ ਦੀ ਟੀਮ ਉਹਨਾਂ ਨਾਲ ਪ੍ਰੋਪਰ ਰਾਬਤਾ ਕਾਇਮ ਕਰੇਗੀ। ਮੈਮ ਨਾਲ ਮਿਲਣਾ ਤੁਸੀਂ ਇਸੇ ਨੰਬਰ 'ਤੇ ਕਾਲ ਕਰਕੇ ਅਪੁਆਇੰਟਮੈਂਟ ਲੈ ਕੇ ਮਿਲ ਸਕਦੇ ਹੋ, ਅਤੇ ਇਹਨਾਂ ਦੇ ਆਫਿਸ ਵਿਜ਼ਿਟ ਕਰਕੇ ਵੀ ਤੁਸੀਂ ਫ੍ਰੀ ਆਫ ਕਾਸਟ ਕਾਊਂਸਲਿੰਗ ਦੀ ਜਿਹੜੀ ਹੈ ਸਰਵਿਸ ਲੈ ਸਕਦੇ ਹੋ। ਕੈਨੇਡਾ ਦੇ ਨਾਲ ਨਾਲ UK USA ਵੀ ਸਰਵਿਸ ਦਿੱਤੀ ਜਾਂਦੀ ਹੈ, ਉਹਦੇ ਸੰਬੰਧੀ ਵੀ ਸਵਾਲ ਕਰ ਸਕਦੇ ਹੋ। ਹੈਲੋ ਹਾਂਜੀ ਸਰ, ਲਾਈਵ ਹੋ ਸਕਦੀ ਗੱਲ ਸਰ? ਲਾਈਵ ਹੀ ਗੱਲ ਹੋ ਰਹੀ ਹੈ ਜੀ। ਸਤਿ ਸ਼੍ਰੀ ਅਕਾਲ। ਤੇ ਨਹੀਂ ਸਰ, TV ਤੇ ਲਾਇਆ ਸੀ ਗੱਲ। ਸਰ TV ਤੇ ਹੀ ਗੱਲ ਹੋ ਰਹੀ ਹੈ। TV ਤੇ ਥੋੜਾ ਜਿਹਾ ਡਿਲੇ ਜਾਂਦਾ, ਤੁਹਾਨੂੰ 10 ਸੈਕਿੰਡ ਬਾਅਦ ਆਪਣੀ ਆਵਾਜ਼ ਸੁਣ ਜਾਏਗੀ TV ਤੇ। ਹਾਂਜੀ ਸਰ। ਤੇ ਸਰ ਸਟੱਡੀ ਵੀਜ਼ਾ ਬਾਰੇ ਪੁੱਛਣਾ ਸੀ ਸਰ। ਜੀ ਪੁੱਛੋ ਜੀ, ਪੁੱਛੋ ਜੀ। ਹਾਂਜੀ ਸਰ, ਆਪਣਾ ਨਾ ਵਾਈਫ ਨੇ ਕੀਤੀ ਹੋਈ ਹੈ ਅੱਜ 6 ਈਚ ਸਕੋਰ ਨੇ, ਤੇ 1 ਚੋਂ 5.5 ਹੈ। 1 ਚੋਂ 5.5 ਨੇ, ਅੱਛਾ ਜੀ। ਹਾਂਜੀ ਸਰ। ਸਟੱਡੀ ਕੀ ਹੈ ਸਰ? ਸਟੱਡੀ ਸਰ ਗ੍ਰੈਜੂਏਸ਼ਨ ਕੰਪਲੀਟ ਆ 2019 ਦੇ ਵਿੱਚ। BA ਕੀਤੀ ਹੋਈ ਹੈ ਤੇ BCom ਕੀਤੀ ਹੈ ਸਰ। ਉਸ ਤੋਂ ਬਾਅਦ ਪ੍ਰੋਫੈਸ਼ਨਲ ਅਕਾਊਂਟੈਂਸੀ ਦਾ ਡਿਪਲੋਮਾ ਕੀਤਾ ਹੈ। ਓਕੇ, ਤੇ ਹੁਣ ਤੱਕ ਲਾਇਆ ਤਾਂ ਨਹੀਂ? ਨਹੀਂ ਸਰ, ਹਜੇ ਲਾਇਆ ਨਹੀਂ ਸਰ। 1 ਚੋਂ 5.5 ਨੇ, ਤੇ ਇਹੀ ਕਰਨਾ ਸੀ ਕਿ ਲਗਾ ਲਈਏ ਕਿ ਜਾਂ ਹਜੇ ਕੈਨੇਡਾ ਜਾਣਾ ਚਾਹੁੰਦੇ? ਦੁਬਾਰਾ ਅੱਜ ਕਰਨੀ ਪਈ। ਹਾਂਜੀ ਸਰ, ਕੈਨੇਡਾ ਵਾਸਤੇ ਕਰਨਾ ਸੀ। ਕੀ ਕਰਨਾ? ਦੇਖੋ ਜੀ, ਆਈਲੈਟਸ ਇੰਪਰੂਵ ਕਰ ਸਕਦੇ ਹਾਂ ਤਾਂ ਬਹੁਤ ਅੱਛੀ ਗੱਲ ਹੈ, ਇੰਪਰੂਵ ਕਰ ਲਓ। ਨਹੀਂ ਤੇ ਇਹ ਪ੍ਰੋਫਾਈਲ ਨੌਨ SDS ਕੈਟਾਗਰੀ ਦੇ ਵਿੱਚ ਅਪਲਾਈ ਹੋਊਗਾ। ਡਿਊਰਿੰਗ ਜੇ ਕੰਡੀਸ਼ਨਲ ਮੰਗਾ ਲੈਣ ਤੇ ਆਪਣਾ ਆਇਲਸ ਟਰਾਈ ਕਰ ਲੈਣ। ਬਿਲਕੁਲ, ਮਈ ਇਨਟੇਕ ਦੀ ਕੰਡੀਸ਼ਨਲ ਆਫਰ ਲੈਟਰ ਆਪਾਂ ਮੰਗਾ ਕੇ, ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇੰਪਰੂਵ ਕਰ ਸਕਦੇ ਹੋ ਤਾਂ ਬਹੁਤ ਵਧੀਆ ਗੱਲ ਹੈ। ਜੇ ਤੁਸੀਂ ਇੰਪਰੂਵ ਨਹੀਂ ਕਰ ਸਕਦੇ ਤਾਂ ਆਪਣੇ ਕੋਲ ਲੋਕੇਸ਼ਨ ਪ੍ਰੋਵਿੰਸ ਹੈਗੇ ਨੇ, ਜਿੱਥੇ ਆਪਾਂ ਨੌਨ SDS ਕੈਟਾਗਰੀ 'ਚ ਅਪਲਾਈ ਕਰਕੇ ਵੀਜ਼ਾ ਲੈ ਸਕਦੇ ਹਾਂ। ਉਹਦੇ ਵਿੱਚ ਕਿਹੜੇ ਕੋਰਸ, ਕਿੱਥੇ ਐਡਮਿਸ਼ਨ ਲੈਣੀ ਪਊਗੀ, ਇਹਦੇ ਲਈ ਪ੍ਰੋਪਰ ਤੁਹਾਨੂੰ ਆ ਕੇ ਜਾਂ ਤਾਂ ਤੁਸੀਂ ਵਿਜ਼ਿਟ ਕਰੋ, ਤੁਹਾਨੂੰ ਮੈਂ ਕਾਉਂਸਲਿੰਗ ਕਰਾਂਗੀ। ਕਾਉਂਸਲਿੰਗ ਦੇ ਵਿੱਚ ਮੈਂ ਕੁਝ ਚੀਜ਼ਾਂ ਤੁਹਾਡੇ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰੂੰਗੀ ਕਿ ਤੁਹਾਡਾ ਇੰਟਰਸਟ ਕਿਹਦੇ ਵਿੱਚ ਆ। ਉਸ ਤੋਂ ਬਾਅਦ ਅਸੀਂ SOP ਦੇ ਵਿੱਚ ਬੱਚਾ ਕਿੰਨਾ ਇੰਟਰਸਟ ਦਿਖਾ ਰਿਹਾ, ਉਹਨੂੰ ਬੱਚੇ ਨੂੰ SOP ਲਿਖਣ ਦੇ ਲਈ ਸਾਨੂੰ ਕਿੰਨਾ ਕਨਵੈਂਸ ਕਰਨਾ ਪਊਗਾ, ਕਿੰਨੀਆਂ ਚੀਜ਼ਾਂ ਗਾਈਡ ਕਰਨੀਆਂ ਪੈਣਗੀਆਂ, ਉਹਦੇ ਬਿਹਾਫ ਤੇ ਅਮਨ ਜੀ ਅਸੀਂ ਵੀਜ਼ਾ ਗ੍ਰਾਂਟ ਕਰਾ ਸਕਦੇ ਹਾਂ ਬੱਚੇ ਦਾ। ਬਾਕੀ SDS ਕੈਟਾਗਰੀ ਔਰ ਨੌਨ SDS ਕੈਟਾਗਰੀ ਦੋਨਾਂ ਦੇ ਵਿੱਚ ਸਕਸੈਸ ਰੇਟ ਸੇਮ ਹੈ। ਸਕਸੈਸ ਰੇਟ ਕੋਈ ਉੱਪਰ ਨੀਚੇ ਨਹੀਂ ਹੁੰਦਾ, ਸਿਰਫ ਪ੍ਰਾਈਵੇਟ ਕਾਲਜਸ, ਪੋਸਟ ਸਟੱਡੀ ਵਰਕ ਪਰਮਿਟ, ਜਿਹੜੀਆਂ ਚੀਜ਼ਾਂ ਦਾ ਡਿਫਰੈਂਸ ਹੁੰਦਾ ਉਹ ਅਸੀਂ ਬੱਚੇ ਨੂੰ ਗਾਈਡ ਕਰਦੇ ਹਾਂ। ਸੋ ਕੋਈ ਮਨ ਦੇ ਵਿੱਚ ਸਵਾਲ ਰਹਿ ਗਿਆ ਜੀ, ਹੁਣ ਡਾਇਰੈਕਟਲੀ ਸਵਾਲ ਕਰ ਸਕਦੇ ਹੋ, ਸਮਾਂ ਨਹੀਂ ਅਲਾਉ ਕਰ ਰਿਹਾ। ਬਟ ਗੁਰਪ੍ਰੀਤ ਜੀ, ਸ਼ੋਅ 'ਚ ਆਉਣ ਲਈ ਇੰਨੀ ਵਧੀਆ ਜਾਣਕਾਰੀ ਪ੍ਰੋਵਾਈਡ ਕਰਾਉਣ ਲਈ ਸਾਡੇ ਦਰਸ਼ਕਾਂ ਨੂੰ ਬਹੁਤ ਬਹੁਤ ਧੰਨਵਾਦ। ਥੈਂਕ ਯੂ ਅਮਨ ਜੀ। ਧੰਨਵਾਦ ਸਾਰੇ ਦਰਸ਼ਕਾਂ ਦਾ, ਟੈਕਨੀਕਲ ਟੀਮ ਦਾ। ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ ਜੀ, ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।